Hello everyone, today we are going to discuss about losses in optical fiber, a topic of optical fiber communication subject of ECE 5th semester. There are various losses in optical fiber. Whenever a signal penetrates from transmitter to the receiver end, multiple reflections take place, and as a result of that, absorption losses or intrinsic losses or extrinsic losses as well as bending losses takes place. Some of the losses are due to the structure of optical fiber used. Some are due to the material composition used during the manufacturing of optical fiber cable. Even some losses in optical fiber are due to the bending or the folding of the optical fiber cable. So in this slide, in this video, we are going to discuss about the such various losses taking place in optical fiber. So the first one is absorption losses. Absorption loss is a major cause of signal loss. As the name absorption states that the signal is being absorbed on the way from transmitter to the receiver. मतलब absorb करके ਜਿਹੜੇ absorption of signal ਹੋਣ ਕਰਕੇ ਜਿਹੜੇ losses ਹੁੰਦੇ ਆ that is known as absorption loss. Absorption ਦਾ ਮਤਲਬ ਹੁੰਦਾ ਕਿ attenuation ਦੇ ਕਰਕੇ ਕੁਝ portion of signal ਆ ਜਿਹੜਾ signal ਆਪਾਂ transmitter ਤੋਂ receiver end ਭੇਜ ਰਹੇ ਆ ਉਹਦਾ ਕੁਝ part ਆ ਜਿਹੜਾ ਉਹ absorb ਹੋ ਗਿਆ during the propagation. ਉਹ absorb ਕਿੱਥੇ ਹੋਇਆ? absorb ਹੋਇਆ ਕੋਰ ਦੇ ਵਿੱਚ, ਕਿਉਂਕਿ ਸਿਗਨਲ ਕਿੱਥੋਂ ਪਾਸ ਕਰਦਾ? ਕੋਰ ਦੇ ਵਿੱਚ। ਕਲੀਅਰ? absorption loss ਆ ਜਿਹੜਾ ਉਹ ਤਿੰਨ ਤਰ੍ਹਾਂ ਨਾਲ ਹੋ ਸਕਦਾ। ਫਸਟ ਵਨ, absorption loss ਕਿਉਂ ਹੋ ਸਕਦਾ? ਪਹਿਲਾ ਹੋ ਸਕਦਾ ਕਿਉਂਕਿ imperfection in atomic structure. Atomic structure of optical fiber cable ਦੇ ਵਿੱਚ imperfection ਹੋਵੇ, ਕਿਤੇ ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਸਮੂਥ ਸੜਕ ਤੇ ਜਾਂਦੇ ਰਸਤੇ 'ਚ ਪੱਥਰ ਆ ਗਿਆ, so that is a type of imperfection. ਜਾਂ ਕਿਤੇ ਟੋਆ ਆ ਗਿਆ ਸੜਕ ਦੇ ਵਿੱਚ, that is a cause of imperfection. So the first one is imperfection in atomic structures. Second one is intrinsic absorption. And the third one is extrinsic absorption. Let's start with the first one, imperfection in atomic structures. Imperfection is caused due to the presence of any missing molecules. As I have told you, example of a road. हम रोड ते जा रहे हैं, रोड ते किते smooth road दे उत्ते किते टोआ आ गया, so that is a imperfection in the structure. ਸੋ ਉਸ ਟੋਏ ਕਰਕੇ ਜਿਹੜੇ ਤੁਹਾਡਾ ਸਪੀਡ 'ਤੇ ਜਾਂ ਵਹੀਕਲ 'ਤੇ ਜਾਂ ਕੋਈ ਵੀ ਡਿਸਟੈਂਸ ਦੇ ਵਿੱਚ ਤੁਹਾਨੂੰ ਰੁਕਾਵਟ ਆਉਂਦੀ ਆ, ਜਾਂ ਤੁਹਾਡਾ ਜਦੋਂ ਤੁਸੀਂ ਹਾਈ ਸਪੀਡ 'ਤੇ ਜਾ ਰਹੇ ਹੋ ਤੁਹਾਡੀ ਸਪੀਡ ਵੇਰੀ ਕਰਦੀ ਆ, ਕੁਛ ਡਿਕਰੀਜ਼ ਹੋਈ ਆ ਉਸ ਟੋਏ ਦੇ ਵਿੱਚੋਂ ਲੰਘਣ ਕਰਕੇ, ਦੈਟ ਇਜ਼ ਅ ਅਬਜ਼ੋਰਪਸ਼ਨ ਆਫ ਐਨਰਜੀ। ਸਿਮਿਲਰਲੀ ਜਿਹੜਾ ਸਿਗਨਲ ਇੱਕ ਆਪਟੀਕਲ ਫਾਈਬਰ ਦੇ ਵਿੱਚੋਂ ਪਾਸ ਕਰ ਰਿਹਾ ਔਰ ਰਸਤੇ 'ਚ ਜਿਹੜੀ ਕੇਬਲ ਦੇ ਜਿਹੜੀ ਕੋਰ ਦੇ ਵਿੱਚੋਂ ਪਾਸ ਕਰ ਰਿਹਾ ਉਹਦੇ ਵਿੱਚ ਕੋਈ ਮੋਲੀਕਿਊਲ ਦੇ ਵਿੱਚ ਇੰਪਰਫੈਕਸ਼ਨ ਆ ਗਈ, ਉਹਦੀ ਸਟਰਕਚਰ ਦੇ ਵਿੱਚ ਇੰਪਰਫੈਕਸ਼ਨ ਆ ਗਈ, ਉਹਦੇ ਕਰਕੇ ਮਿਸਿੰਗ ਆਫ ਮੋਲੀਕਿਊਲਸ ਕਰਕੇ ਜਿਹੜਾ ਸਿਗਨਲ ਅਬਜ਼ੌਰਬ ਹੋ ਗਿਆ ਜਾਂ ਸਿਗਨਲ ਸਲੋ ਹੋ ਗਿਆ, ਸਿਗਨਲ ਲਾਸ ਹੋ ਗਿਆ, ਦੈਟ ਇਜ਼ ਨੋਨ ਐਜ਼ ਅਬਜ਼ੌਰਪਸ਼ਨ ਲਾਸ ਕਾਜ਼ਡ ਬਾਈ ਦ ਇੰਪਰਫੈਕਸ਼ਨ ਇਨ ਅਟੋਮਿਕ ਸਟਰਕਚਰਸ। ਐਜ਼ ਯੂ ਕੈਨ ਸੀ ਸਿਗਨਲ ਜਾ ਰਿਹਾ, ਮੋਲੀਕਿਊਲਸ ਕਰਕੇ ਅਬਜ਼ੌਰਪਸ਼ਨ ਆਫ ਸਿਗਨਲ ਹੋਈ, ਤਾਂ ਉਹਦੇ ਕਰਕੇ ਸਿਗਨਲ ਸਟਰੈਂਥ ਆ ਜਿਹੜਾ ਉਹ ਐਜ਼ ਕੰਪੇਅਰ ਟੂ ਦ ਅਨਦਰ ਵਨ ਜਿਹੜਾ ਸਕੈਟਰਿੰਗ ਵਾਲਾ ਪੋਰਸ਼ਨ ਆ ਉਹ 'ਚ ਸਿਗਨਲ ਦੇਖੋ ਉਹ 'ਚ 4 ਰੇਜ਼ ਨੇ। ਅਬਜ਼ੌਰਪਸ਼ਨ ਵਾਲੇ ਦੇ ਵਿੱਚ ਸਿਗਨਲ ਅਬਜ਼ੌਰਬ ਹੋ ਗਿਆ, ਇਸ ਲਈ ਉੱਥੇ ਕੀ ਰਹਿ ਗਿਆ? ਸਿਰਫ ਓਨਲੀ 1, ਐਂਡ ਪਿਛਲਾ ਜਿੰਨਾ ਸਿਗਨਲ ਆ ਰਿਹਾ ਸੀ ਅਬਜ਼ੌਰਬ ਹੋਣ ਤੋਂ ਬਾਅਦ ਉਹ ਤੋਂ ਵੀਕ ਸਿਗਨਲ ਆਇਆ ਵਾ। ਨੈਕਸਟ ਇਜ਼ ਇੰਟਰੈਂਸਿਕ। ਇੰਟਰੈਂਸਿਕ ਉਹ ਹੁੰਦਾ ਵਾ ਜਿਹੜਾ ਕਿ ਪਿਓਰ ਮਟੀਰੀਅਲ ਹੋਵੇ। ਇੰਟਰੈਂਸਿਕ ਅਬਜ਼ੌਰਪਸ਼ਨ ਹੁੰਦੀ ਆ ਡਿਊ ਟੂ ਦ ਅਬਜ਼ੌਰਪਸ਼ਨ ਬਾਏ ਫਿਊਜ਼ਡ ਸਿਲਿਕਾ। ਜਿਹੜਾ ਆਪਾਂ ਕੰਸਟਰਕਸ਼ਨ ਕੋਰ ਦੀ ਕੰਸਟਰਕਸ਼ਨ ਲਈ ਆਪਾਂ ਸਿਲਿਕਾ ਯੂਜ਼ ਕੀਤੇ ਆ, ਉਸ ਸਿਲਿਕਾ ਦੀ ਕੰਪੋਜੀਸ਼ਨ ਕਰਕੇ, ਉਸ ਸਿਲਿਕਾ ਦੇ ਪਿਓਰ ਹੋਣ ਕਰਕੇ, ਪਿਓਰ ਮਟੀਰੀਅਲ ਹੋਣ ਕਰਕੇ ਜਿਹੜੀ ਅਬਜ਼ੌਰਪਸ਼ਨ ਆਫ ਸਿਗਨਲ ਹੋਊਗਾ ਜਦੋਂ ਉਹਦੇ ਵਿੱਚੋਂ ਪਾਸ ਕਰੂ, ਦੈਟ ਇਜ਼ ਨੋਨ ਐਜ਼ ਇੰਟਰੈਂਸਿਕ ਅਬਜ਼ੌਰਪਸ਼ਨ।
ਨੈਕਸਟ ਵਨ ਇਜ਼ ਐਕਸਟੈਂਸਿਵ ਅਬਜ਼ੌਰਪਸ਼ਨ। ਐਕਸਟੈਂਸਿਵ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਇੰਪਿਓਰਿਟੀਜ਼ ਐਡ ਕੀਤੀਆਂ ਜਾਂਦੀਆਂ ਨੇ। ਕਿਉਂਕਿ ਆਪਾਂ ਇੰਟ੍ਰੈਂਸਿਕ ਅਬਜ਼ੌਰਪਸ਼ਨ ਹੋਇਆ ਕਿਉਂਕਿ ਸਿਲਿਕਾ ਵਾ ਜਿਹੜਾ ਇਟ ਇਜ਼ ਆਫ ਬੈਸਟ ਕੁਆਲਿਟੀ, ਇੰਪਿਓਰ ਨਹੀਂ ਹੈਗਾ, ਪਿਓਰ ਫਾਰਮ, ਕੋਈ ਇੰਪਿਓਰਿਟੀ ਐਡ ਨਹੀਂ ਹੈਗੀ। ਪਰ ਐਕਸਟ੍ਰੈਂਸਿਕ ਦੇ ਵਿੱਚ ਕੀ ਆ, ਇੰਪਿਓਰਿਟੀ ਐਡ ਕੀਤੀ ਜਾਂਦੀ ਆ, ਔਰ ਉਸ ਇੰਪਿਓਰਿਟੀ ਕਰਕੇ ਜਿਹੜਾ ਉਸ ਇੰਪਿਓਰਿਟੀ ਦੀ ਪ੍ਰੈਜ਼ੈਂਸ ਹੋਣ ਕਰਕੇ, ਹੁਣ ਇੰਪਿਓਰਿਟੀ ਦੇ ਫਾਰਮ 'ਚ ਆਪਾਂ ਵਾਟਰ ਮੋਲੀਕਿਊਲ, ਵਾਟਰ ਵੇਪਰਸ ਆ ਗਏ, ਜਾਂ ਆਪਾਂ ਕੋਈ ਹੋਰ ਕੰਪਾਊਂਡ ਯੂਜ਼ ਕਰ ਲਿਆ ਸਿਲਿਕਾ ਦੇ ਨਾਲ ਤਾਂ ਕਿ ਮਟੀਰੀਅਲ ਦੀ ਕੰਪੋਜੀਸ਼ਨ ਚੇਂਜ ਹੋ ਜਾਏ, ਠੀਕ ਹੈ। ਤਾਂ ਉਸ ਡਿਫਰੈਂਟ ਮਟੀਰੀਅਲ ਨੂੰ ਯੂਜ਼ ਕਰਨ ਕਰਕੇ, ਉਸ ਮਟੀਰੀਅਲ ਦੇ ਮੋਲੀਕਿਊਲਸ ਕਰਕੇ, ਉਸ ਮਟੀਰੀਅਲ ਦੀ ਪ੍ਰੈਜ਼ੈਂਸ ਕਰਕੇ, ਜਾਂ ਉਸ ਮਟੀਰੀਅਲ ਦੇ ਵਿੱਚੋਂ ਰਿਫਲੈਕਟ ਕਰਨ ਕਰਕੇ ਜਿਹੜੀ ਸਿਗਨਲ ਸਟਰੈਂਥ ਵੇਰੀ ਕਰ ਗਈ, ਸਿਗਨਲ ਸਟਰੈਂਥ ਕੁਛ ਲੋਸ ਹੋ ਗਈ, ਜਿਹੜਾ ਸਿਗਨਲ ਕੁਛ ਉਹਨੇ ਗੇਨ ਕਰ ਲਿਆ, ਉਹਨੇ ਅਬਜ਼ੌਰਬ ਕਰ ਲਿਆ, ਦੈਟ ਇਜ਼ ਨੋਨ ਐਜ਼ ਐਕਸਟੈਂਸਿਵ ਅਬਜ਼ੌਰਪਸ਼ਨ। ਅਬਵ ਇਮੇਜ ਹੈਗੀ ਆ of extrinsic absorption और below वाली image हैगी intrinsic absorption। ज़्यादातर causes of intrinsic absorption ਹੁੰਦੀ ਹੈ external force ਕਰਕੇ, और extrinsic ਦੇ ਵਿੱਚ ਕੀ ਹੈ density fluctuations ਕੀਤੀ ਹੈ। density fluctuation ਕਿਉਂ ਕੀਤੀ, ਕਿਉਂਕਿ ਜਿਹੜਾ ਆਪਾਂ composition use ਕੀਤੀ ਆ, second material ਜਿਹੜਾ ਆਪਾਂ add ਕੀਤਾ, impurity add ਕੀਤੀ ਆ, ਉਹਦੀ density vary ਕਰ ਸਕਦੀ ਆ as compared to the silica previously used। so difference in density ਕਰਕੇ ਜਿਹੜੀ fluctuation ਹੋਈ ਆ, that is the reason behind extrinsic absorption। next is scattering losses। scattering as the word itself says that scatter ਕਰਨਾ ਹੁੰਦਾ ਖਿੰਡ ਜਾਣਾ। ਜਦੋਂ ਕੋਈ ਸਿਗਨਲ ਕਿਸੇ ਚੀਜ਼ ਦੇ ਵਿੱਚ ਟਕਰਾਊਗਾ ਤਾਂ ਉਹ ਸਿਗਨਲ ਖਿੰਡ ਜਾਂਦਾ। clear? Scattering occurs when light strikes a substance which emits light of its own at the same wavelength as the incident light। मतलब कोई होर सिग्नल भी जा रहा, ਜਦੋਂ ਆਪਾਂ फाइबर ਦੇ ਵਿੱਚ मल्टीपल सिग्नल्स पास करते हैं ਤਾਂ ਉਹ ਦੋ सिग्नल्स आपस 'ਚ टकराउण करके सिग्नल आ ਜਿਹੜਾ ਇੱਕ सिग्नल ਉਹ ਖਿੰਡ ਜੇ, ਉਹ ਸਕੈਟਰ ਕਰ ਜੇ, that is the loss caused due to which is known as scattering loss। scattering loss एक generally physical process ਆ, clear, where some forms of radiation such as arc forced to deviate from a straight line by one or more medium through which they pass is the reason behind scattering। scattering ਕਿਉਂ ਹੁੰਦੀ ਹੈ ਵੀ ਜੇ ਕੋਈ ਸਿਗਨਲ ਸਟ੍ਰੇਟ ਜਾ ਰਿਹਾ ਰਸਤੇ 'ਚ, ਉਹਦੇ ਵਿੱਚ ਕੋਈ ਸਿਗਨਲ ਮਲਟੀਪਲ ਰਿਫਲੈਕਸ਼ਨਸ ਨਾਲ ਜਾ ਰਿਹਾ, ਆਪਸ 'ਚ ਸਿਗਨਲ ਕਿਸੇ ਪੁਆਇੰਟ 'ਤੇ ਇੰਟਰਸੈਕਟ ਕਰਦੇ ਆ, ਟਕਰਾਉਂਦੇ ਆ, ਇੱਕ ਸਿਗਨਲ ਦੀ ਇੰਟੈਂਸਿਟੀ ਜ਼ਿਆਦਾ ਵਾ, ਦੂਜੇ ਦੀ ਘੱਟ ਆ, ਜਿਹੜਾ ਘੱਟ ਵਾਲਾ ਉਹ ਸਕੈਟਰ ਕਰ ਜੂਗਾ, ਛੇਤੀ ਖਿੰਡ ਜੂਗਾ। ਕਲੀਅਰ? एक ਹੁੰਦਾ क्यों आ, क्योंकि इंटरैक्शन ऑफ लाइट विद द डेंसिटी फ्लक्चुएशंस विद इन द फाइबर। रफ, अच्छा इस तो बिना इंटरसैक्शन तो बिना ਇਹਦੇ ਹੋਰ ਰੀਜ਼ਨਸ ਹੋ ਸਕਦੇ ਆ, ਰਫ ਜਾਂ ਇਰੈਗੂਲਰ ਸਰਫੇਸ ਹੋਵੇ, ਠੀਕ ਹੈ, ਉਹਦੇ ਨਾਲ ਰੈਂਡਮ ਡਾਇਰੈਕਸ਼ਨਸ ਵੀ ਹੋ ਜਾਂਦੇ ਆ ਜਿਨ੍ਹਾਂ ਨੂੰ ਡਿਫਿਊਜ਼ ਰਿਫਲੈਕਸ਼ਨਸ ਜਾਂ ਸਕੈਟਰਿੰਗ ਵੀ ਕਹਿ ਦਿੰਦੇ ਆ। ਸੋ ਦਿਸ ਇਜ਼ ਦ पिक्टोरियल डिस्क्रिप्शन ऑफ ਸਕੈਟਰਿੰਗ लॉसेस। लाइट रेज एंटर कर रही ने, लाइट रेज जिमें भी एंटर करदियां ने ਤਾਂ ਜਿਹੜਾ ਕੋਰ ਆ, ਕੋਰ ਨੂੰ ਆਪਾਂ ਮੋਲੀਕਿਊਲਸ ਨਾਲ ਬਣਾਇਆ ਹੋਇਆ, ਠੀਕ ਹੈ, ਕੰਪੋਜੀਸ਼ਨ ਆ ਜਿਹੜੀ ਉਹਦੇ ਵਿੱਚ ਸਿਲਿਕਾ ਵਾ, ਸਿਲਿਕਾ ਦੇ ਨਾਲ ਆਪਾਂ ਹਾਈਡਰੋਜਨ ਮੋਲੀਕਿਊਲਸ ਆ ਗਏ, ਉਹ ਸਾਰੇ ਮੋਲੀਕਿਊਲਸ ਆਪਸ 'ਚ ਮੋਲੀਕਿਊਲਸ ਫਾਰਮ ਕੰਬਾਈਨ ਕਰਕੇ ਫਾਰਮ ਕਰਦੇ ਆ ਕੋਰ। ਹੁਣ ਉਹਨਾਂ ਮੋਲੀਕਿਊਲਸ 'ਚ ਕਿਸੇ ਦੇ ਵਿੱਚ ਕਿਸੇ ਮੋਲੀਕਿਊਲ ਨਾਲ ਜਾ ਕੇ ਲਾਈਟ ਰੇ ਟਕਰਾ ਗਈ ਤਾਂ ਉਸ ਜਗ੍ਹਾ 'ਤੇ ਉਹ ਸਿਗਨਲ ਸਕੈਟਰ ਕਰ ਜੂ। ਹੁਣ ਜੇ ਇੱਕ ਰਸਤੇ 'ਚ ਉਹ 3-4 ਵਾਰ ਵੀ ਟਕਰਾ ਰਹੀ ਆ ਤਾਂ ਉਹਨਾਂ ਪੋਰਸ਼ਨ ਆਫ ਸਿਗਨਲ ਆ ਜਿਹੜਾ ਉਹ ਫੇਡ ਹੋ ਰਿਹਾ, ਉਹ ਸਿਗਨਲ ਆ ਜਿਹੜਾ ਉਹ ਵੀਕ ਹੋ ਰਿਹਾ, ਲੋਸ ਹੋ ਰਿਹਾ ਫਰੋਮ ਦ ਓਰੀਜਨਲ ਸਿਗਨਲ, ਦੈਟ ਇਜ਼ ਨੋਨ ਐਜ਼ ਸਕੈਟਰਿੰਗ ਲੋਸ। ਨੈਕਸਟ ਇਜ਼ ਰੇਡੀਏਸ਼ਨ ਲੋਸ। ਰੇਡੀਏਸ਼ਨ ਲੋਸ ਕੀ ਹੁੰਦਾ ਵਾ, ਜਦੋਂ ਆਪਾਂ ਆਪਟੀਕਲ ਫਾਈਬਰ ਨੂੰ, ਆਪਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਡਿਸਐਡਵਾਂਟੇਜਸ ਆਫ ਆਪਟੀਕਲ ਫਾਈਬਰ 'ਚ ਪੜ੍ਹਿਆ ਸੀਗਾ, ਇੱਕ ਪੁਆਇੰਟ ਸੀਗਾ ਵੀ ਜੇ ਆਪਟੀਕਲ ਫਾਈਬਰ ਨੂੰ ਬਹੁਤ ਜ਼ਿਆਦਾ ਟਾਈਮ ਲਈ UV ਰੇਜ਼ ਔਰ ਸਨ ਰੇਜ਼ ਦੇ ਵਿੱਚ ਰੱਖਣ ਤਾਂ ਉਹ ਓਪੇਕ ਹੋ ਜਾਂਦੀਆਂ ਨੇ। ਸਿਮਿਲਰਲੀ ਆਪਟੀਕਲ ਫਾਈਬਰ ਜਦੋਂ ਬਹੁਤ ਜ਼ਿਆਦਾ ਆਇਓਨਾਈਜ਼ਡ ਰੇਡੀਏਸ਼ਨਸ, ਜਿਹੜੀਆਂ ਸਟਰੋਂਗ ਰੇਡੀਏਸ਼ਨਸ ਆਪਾਂ ਕਹਿੰਦੇ ਐਕਸ ਰੇਜ਼ ਵਾਲੀਆਂ, ਗਾਮਾ ਰੇਜ਼ ਵਾਲੀਆਂ, ਜਿਹੜੇ ਸਟਰੋਂਗ ਸਿਗਨਲਸ ਨੇ ਜੇ ਉਹਨਾਂ ਦੇ ਇੰਪੈਕਟ ਦੇ ਵਿੱਚ ਬਹੁਤ ਜ਼ਿਆਦਾ ਦੇਰ ਰਵੇ, ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪੋਜ਼ ਕੀਤੀਆਂ ਜਾਣ ਉਹ ਰੇਜ਼ ਆਪਟੀਕਲ ਫਾਈਬਰ ਦੇ ਵਿੱਚ, ਤਾਂ ਉਹਦੇ ਕਰਕੇ ਡੈਮੇਜ ਹੁੰਦਾ ਵਾ। ਦੈਟ ਡੈਮੇਜ ਦਾ ਮਤਲਬ ਆ ਇੱਥੇ ਕਿ ਉਹਦੇ ਕਰਕੇ ਜਿਹੜਾ ਲੋਸ ਹੁੰਦਾ ਵਾ ਡਿਊ ਟੂ ਦ ਰੇਡੀਏਸ਼ਨਸ used, due to the radiations exposed, that is known as radiation loss। next is connector loss। connector losses disadvantage ਦੇ ਵਿੱਚ ਹੀ ਇੱਕ ਪੁਆਇੰਟ ਹੋਰ ਸੀਗਾ
ਕਿ ਸਪਲਾਈਸਿੰਗ ਆ ਜਿਹੜੀ ਉਹ ਬਹੁਤ ਹਾਈਲੀ ਸਕਿਲਡ ਪਰਸਨ ਹੀ ਕਰ ਸਕਦਾ। ਦੋ ਆਪਟੀਕਲ ਫਾਈਬਰਸ ਨੂੰ ਜੋੜਨ ਦਾ ਤਰੀਕਾ, ਜੋੜਨ ਦਾ ਮੈਥਡ ਆ ਜਿਹੜਾ ਉਹ ਇੱਕ ਹਾਈਲੀ ਸਕਿਲਡ ਟ੍ਰੇਨਿੰਗ ਪਰ ਸਟਾਫ ਹੀ ਕਰ ਸਕਦਾ ਵਾ। ਇਹ ਨਹੀਂ ਹੈਗਾ ਵੀ ਆਪਾਂ ਨੋਰਮਲੀ ਦੋ ਤਾਰਾਂ ਨੂੰ ਜਿਵੇਂ ਜੋੜ ਦਿੰਦੇ ਆ, ਦੈਟਸ ਜਸਟ ਟਵਿਸਟਿੰਗ ਕਰਕੇ ਉਹ ਚੀਜ਼ ਨਹੀਂ ਕਰ ਸਕਦੇ। ਆਪਟੀਕਲ ਫਾਈਬਰਸ ਨੂੰ ਕਨੈਕਟ ਕਰਨ ਲਈ ਪ੍ਰੋਪਰ ਸਪਲਾਈਸਿੰਗ ਟੈਕਨੀਕ ਔਰ ਇਨਫਿਊਜ਼ਨ ਟੈਕਨੀਕਸ ਆ ਜਿਹੜੀ ਉਹ ਇੰਪਲੀਮੈਂਟ ਕਰਨੀਆਂ ਪੈਂਦੀਆਂ ਨੇ, ਔਰ ਉਹ ਟੈਕਨੀਕ ਹਾਈਲੀ ਸਕਿਲਡ ਸਟਾਫ ਹੀ ਕਰ ਸਕਦਾ। ਸੋ ਕਿਤੇ ਵੀ ਜੇ ਸਪਲਾਈਸਿੰਗ ਦੇ ਵਿੱਚ ਮਾੜੀ ਮੋਟੀ ਵੀ ਕਨੈਕਟਰ ਜਿਹੜਾ ਆਪਾਂ ਯੂਜ਼ ਕੀਤਾ ਉਹਦੇ ਵਿੱਚ ਪ੍ਰੋਪਰ ਕਨੈਕਸ਼ਨਸ ਨਾ ਹੋ ਸਕੀਏ, ਮਿਸਮੈਚਿੰਗ ਹੋਣ ਕਰਕੇ ਜਿਹੜੇ ਲੌਸਿਸ ਹੁੰਦੇ ਆ, ਦੈਟ ਇਜ਼ ਨੋਨ ਐਜ਼ ਕਨੈਕਟਰ ਲੌਸਿਸ। ਨੈਕਸਟ ਇਜ਼ ਬੈਂਡਿੰਗ ਲੌਸਿਸ। ਬੈਂਡਿੰਗ ਲੌਸਿਸ ਹੁੰਦੇ ਆ ਜੇ ਆਪਟੀਕਲ ਫਾਈਬਰ ਕਿਤੇ ਬੈਂਡ ਹੋ ਜੇ। ਹੁਣ ਜੇ ਤੁਹਾਡੇ ਘਰੇ ਆਪਟੀਕਲ ਫਾਈਬਰ ਕੇਬਲ ਲੱਗੀ ਹੋਈ ਆ, ਕੋਈ ਆਪਟੀਕਲ ਫਾਈਬਰ ਕੇਬਲ ਵਾਲਾ ਇੰਟਰਨੈਟ ਫੈਸਿਲਿਟੀ ਲੱਗੀ ਹੋਈ ਆ, ਤਾਂ ਤੁਹਾਨੂੰ ਪਤਾ ਯਾਦ ਹੋਊਗਾ ਵੀ ਨੈਟ ਪ੍ਰੋਵਾਈਡਰ, ਸਰਵਿਸ ਪ੍ਰੋਵਾਈਡਰ ਤੁਹਾਨੂੰ ਇਹ ਕਹਿ ਕੇ ਜਾਂਦੇ ਆ ਵੀ ਆਪਟੀਕਲ ਫਾਈਬਰ ਵਾਲੀ ਜਿਹੜੀ ਯੈਲੋ ਜੀ ਬਰੀਕ ਜੀ ਤਾਰ ਹੁੰਦੀ ਆ, ਇਹ ਬੈਂਡ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿੰਨਾ ਜ਼ਿਆਦਾ ਬੈਂਡ ਹੁੰਦੀ ਹੈ ਉਨੀ ਜ਼ਿਆਦਾ ਲੌਸਿਸ ਹੁੰਦੇ ਆ। ਬਿਕੋਜ਼ ਬੈਂਡਿੰਗ ਕਰਕੇ ਸਿਗਨਲ ਆ ਜਿਹੜਾ ਉਹਦਾ ਪਾਥ ਆ ਉਹ ਡਾਇਵਰਟ ਹੋ ਜਾਂਦਾ ਵਾ। ਠੀਕ ਹੈ, ਬੈਂਡਿੰਗ ਲੌਸਿਸ ਇਹਨੂੰ ਕਹਿੰਦੇ ਆ ਬੈਂਡਿੰਗ ਲੌਸਿਸ। ਬੈਂਡਿੰਗ ਲੌਸਿਸ ਦੋ ਤਰ੍ਹਾਂ ਦੇ ਹੁੰਦੇ ਆ, ਮੈਕਰੋ ਬੈਂਡਿੰਗ ਐਂਡ ਮਾਈਕਰੋ ਬੈਂਡਿੰਗ। ਡਿਪੈਂਡਿੰਗ ਅਪੋਨ ਕਿੰਨਾ ਅਮਾਊਂਟ ਕਿਸ ਤਰ੍ਹਾਂ ਨਾਲ ਬੈਂਡਿੰਗ ਹੋਈ ਆ, ਕਲਾਸੀਫਿਕੇਸ਼ਨ ਕੀਤੀ ਗਈ ਆ। ਜੇ ਤੁਸੀਂ ਪਿਕਚਰ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ। ਮੈਕਰੋ ਦੇ ਵਿੱਚ ਐਜ਼ ਕੰਪੇਅਰ ਟੂ ਮਾਈਕਰੋ, ਦੇਖੋ ਮਾਈਕਰੋ ਦੇ ਵਿੱਚ ਹਲਕਾ ਜਿਹਾ ਕਰਵ ਆ, ਕਿਤੋਂ ਥੋੜਾ ਜਿਹਾ ਬੈਂਡ ਹੋਇਆ, ਦੈਟ ਇਜ਼ ਅ ਮਾਈਕਰੋ। ਮਾਈਕਰੋ as itself name defines, micro means small, small bend ਹੋਣ ਕਰਕੇ ਜਿਹੜਾ losses ਹੋਇਆ that is a micro bending loss। ਔਰ ਕਿਸੇ ਜ਼ਿਆਦਾ bending ਹੋਣ ਕਰਕੇ, ਵੱਡੀ bending ਹੋਣ ਕਰਕੇ, that is a micro bending, which is a big bending, that is known as macro bending loss। ਨੈਕਸਟ ਇਜ਼ ਡਿਸਪਰਜਨ ਐਂਡ ਇਟਸ ਟਾਈਪਸ। ਡਿਸਪਰਸ਼ਨ ਕੀ ਹੁੰਦੀ ਹੈ? ਕਈ ਵਾਰ ਜਦ ਸਿਗਨਲ ਆ ਜਿਹੜਾ, ਜਿਵੇਂ ਆਪਾਂ ਸਕੈਟਰਿੰਗ ਦੇ ਵਿੱਚ ਕੀਤਾ, ਜਾਂ ਇੱਕ ਫਿਜ਼ਿਕਸ ਦਾ ਤੁਹਾਨੂੰ ਐਕਸਪੈਰੀਮੈਂਟ ਯਾਦ ਹੋਊਗਾ, ਜੇ ਪ੍ਰਿਜ਼ਮ ਦੇ ਵਿੱਚੋਂ ਵਾਈਟ ਲਾਈਟ ਪਾਸ ਕਰਦੇ ਆ, ਇਟ ਡਿਸਪਰਸ, ਮਤਲਬ ਖਿੰਡ ਜਾਂਦੀ ਹੈ। ਵਾਈਟ ਲਾਈਟ ਬੇਸਿਕਲੀ ਕੰਪੋਜੀਸ਼ਨ ਆ 7 ਕਲਰਸ ਦਾ, ਅਤੇ ਉਹ 7 ਕਲਰਸ ਕਦੋਂ ਜਨਰੇਟ ਹੁੰਦੇ ਆ? ਜਦੋਂ ਇੱਕ ਵਾਈਟ ਲਾਈਟ ਨੂੰ ਪ੍ਰਿਜ਼ਮ ਦੇ ਥਰੂ ਪਾਸ ਕੀਤਾ ਜਾਂਦਾ। ਜਦੋਂ ਪ੍ਰਿਜ਼ਮ ਦੇ ਵਿੱਚੋਂ ਪਾਸ ਹੁੰਦੀ ਆ ਤਾਂ ਲਾਈਟ ਆ ਜਿਹੜੀ ਉਹ 7 ਕਲਰਸ 'ਚ ਸਪਲਿਟ ਹੋ ਜਾਂਦੀ ਹੈ। ਆਊਟਪੁੱਟ 'ਤੇ ਆਪਾਂ ਨੂੰ ਰੇਨਬੋ ਮਿਲਦਾ। ਦੈਟ is known as dispersion, spreading of light pulse as it travels down the length of an optical fiber is known as dispersion। Dispersion ਕਿਹਦੇ ਤੇ dependable? The bandwidth of the signal। ਜਿਹੜਾ ਸਿਗਨਲ ਆ ਉਹਦੇ ਬੈਂਡਵਿਡਥ ਕਿਸ ਹਿਸਾਬ ਦਾ, ਜਦੋਂ ਉਹ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ 'ਚ ਐਂਟਰ ਕੀਤਾ, ਜਦੋਂ ਡੈਂਸਰ ਟੂ ਰੇਅਰਰ ਮੀਡੀਅਮ ਗਿਆ, ਜਾਂ ਫਿਰ ਜਦੋਂ ਰੇ ਦੇ ਵਿੱਚ ਐਂਟਰ ਕੀਤਾ, ਜਾਂ ਫਿਰ ਜਦੋਂ ਰੇਅਰਰ ਟੂ ਡੈਂਸਰ ਮੀਡੀਅਮ ਗਿਆ, ਉਦੋਂ ਸਿਗਨਲ ਕਿਸੇ ਚੀਜ਼ 'ਚ ਸਟਰਾਈਕ ਤਾਂ ਨਹੀਂ ਕੀਤਾ, ਉਦੋਂ ਸਿਗਨਲ ਦਾ ਮੋਡ ਆ ਜਿਹੜਾ ਉਹ ਮੀਡੀਅਮ ਉਹ ਚੇਂਜ ਹੋਇਆ। ਮੀਡੀਅਮ ਚੇਂਜ ਹੋਣ ਕਰਕੇ ਜਿਹੜਾ ਸਪਰੈਡਿੰਗ ਆਫ ਲਾਈਟ ਹੁੰਦੀ ਹੈ, ਦੈਟ ਇਜ਼ ਨੋਨ ਐਜ਼ ਡਿਸਪਰਸ਼ਨ। ਡਿਸਪਰਸ਼ਨ ਆ ਜਿਹੜਾ ਉਹ 3 ਤਰ੍ਹਾਂ ਦੀ ਹੁੰਦੀ ਆ। ਮੋਡਲ ਡਿਸਪਰਸ਼ਨ ਡਿਊ ਟੂ ਦ ਮੂਡਸ ਕਾਸਡ ਬਾਏ, ਮੋਡਲ ਡਿਸਪਰਸ਼ਨ ਹੁੰਦੀ ਹੈ ਜਦੋਂ ਮੋਡਸ ਕਰਕੇ, ਮਲਟੀ ਮੋਡਸ ਕਰਕੇ ਡਿਸਪਰਸ਼ਨ ਆਫ ਸਿਗਨਲ ਹੋਵੇ, ਉਹਨੂੰ ਕਹਿੰਦੇ ਆ ਮੋਡਲ ਡਿਸਪਰਸ਼ਨ। ਇਟ ਅਰਾਈਜ਼ਸ ਬਿਕੋਜ਼ ਰੇ ਫੋਲੋ ਡਿਫਰੈਂਟ ਪਾਥ ਥਰੂ ਦ ਫਾਈਬਰ। ਮਲਟੀ ਮੋਡਸ ਫੋਲੋ ਕੀਤੇ ਹੁੰਦੇ ਆ, ਮਲਟੀਪਲ ਮੋਡਸ ਜਨਰੇਟ ਹੋਏ ਹੁੰਦੇ ਆ, ਉਹਨਾਂ ਕਰਕੇ ਆ ਜਿਹੜੀ ਉਹ ਡਿਸਪਰਸ਼ਨ ਹੁੰਦੀ ਆ ਉਹਨੂੰ ਮੋਡਲ ਡਿਸਪਰਸ਼ਨ ਕਹਿੰਦੇ ਆ। ਸੈਕਿੰਡ ਵਨ ਇਜ਼ ਵੇਵ ਗਾਈਡ ਡਿਸਪਰਸ਼ਨ। ਵੇਵ ਗਾਈਡ ਡਿਸਪਰਸ਼ਨ ਆ ਜਿਹੜੀ ਉਹ ਸਿੰਗਲ ਮੋਡ ਦੇ ਵਿੱਚ ਵੀ ਹੋ ਜਾਂਦੀ ਹੈ। ਵੇਵ ਗਾਈਡ ਮੀਨਸ ਵਿਚ ਡਿਪੈਂਡਸ ਅਪੋਨ ਦ ਵੇਵ ਲੈਂਥ ਆਫ ਦ ਸਿਗਨਲ ਬੀਂਗ ਪ੍ਰੋਪਗੇਟਡ। And the third one is chromatic dispersion। chromatic dispersion ਕਿਉਂ ਹੁੰਦੀ ਆ? ਡਿਲੇ ਕਰਕੇ। delay ਹੁੰਦਾ ਵਾ among the group velocities of different wavelengths composing the source spectrum। ਇੱਕ ਸਿਗਨਲ ਆ ਜਿਹੜਾ ਉਹਦੇ ਵਿੱਚ ਮਲਟੀਪਲ ਸਿਗਨਲਸ ਆ, ਆਪਾਂ ਮੋਡੂਲੇਟ ਕਰਕੇ ਸਿਗਨਲ ਟਰਾਂਸਮਿਟ ਕਰ ਰਹੇ ਹਾਂ। ਠੀਕ ਹੈ, ਮੋਡੂਲੇਸ਼ਨ ਮੀਨਸ 2 ਡਿਫਰੈਂਟ ਫ੍ਰੀਕੁਐਂਸੀਜ਼ ਆ ਜਿਹੜੀਆਂ ਉਹ ਮੋਡੂਲੇਟ ਹੋਈਆਂ ਨੇ, ਉਹਨਾਂ ਡਿਫਰੈਂਟ ਦੇ ਵਿੱਚ ਜਿਹੜਾ ਡਿਲੇ ਆ ਜਾਂਦਾ ਕਿਤੇ, ਜਾਂ ਕਈ ਵਾਰ ਆਪਾਂ ਬਹੁਤ ਕਾਮਨ ਜੀ ਚੀਜ਼ ਆ, ਜੇ ਆਪਾਂ ਸਿਗਨਲ ਕਿਤੇ ਕੋਈ ਵੀਡੀਓ ਦੇਖ ਰਹੇ ਹਾਂ, ਕਈ ਵਾਰ ਆਪਾਂ ਨੂੰ ਪਿਕਚਰ ਆ ਜਿਹੜੀ ਉਹ ਪਹਿਲਾਂ ਮੂਵ ਕਰ ਜਾਂਦੀ ਹੈ, ਸਾਊਂਡ ਬਾਅਦ 'ਚੋਂ ਆਉਂਦੀ ਹੈ, ਦੈਟ ਇਜ਼ ਅ ਡਿਲੇ ਇਨ ਆਡੀਓ ਐਂਡ ਵੀਡੀਓ। ਉਹ ਸਿਨਕਰੋਨਾਈਜੇਸ਼ਨ ਕਿਤੇ ਟੁੱਟ ਗਈ, ਇਸ ਕਰਕੇ ਉਹ ਡਿਲੇ ਆ ਗਿਆ। ਉਸ ਡਿਲੇ ਕਰਕੇ ਜਿਹੜੀਆਂ ਡਿਸਪਰਸ਼ਨ, ਮਤਲਬ ਉਹ ਡਿਲੇ ਕਾਜ਼ ਹੋਇਆ, ਡਿਲੇ ਕਾਜ਼ ਹੋਣ ਕਰਕੇ ਜਿਹੜੀਆਂ ਡਿਸਪਰਸ਼ਨਸ ਹੋਈਆਂ, ਦੈਟ ਇਜ਼ ਨੋਨ ਐਜ਼ chromatic dispersion। ਥੈਂਕ ਯੂ।